ਇਹ ਹੈ ਜੀ ਕੱਲ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਜਿਹੜੀਆਂ 에ਅਰਪੋਰਟ ਨੂੰ ਬੱਸਾਂ ਜਾਂਦੀਆਂ ਨੇ ਉਹ ਬੱਸਾਂ ਹੈਗੀਆਂ ਨੇ ਕੰਟਰੈਕਟ ਕੈਰੇजेस। ਇਹ ਕੰਟਰੈਕਟ ਕੈਰੇजेस ਬੱਸਾਂ ਦੀ ਗੱਲ ਕੀਤੀ ਜਾ ਰਹੀ ਸੀ। ਉਹਨੂੰ ਚੈਕਿੰਗ ਕਰਨ ਆਏ ਨੇ ਵੀ ਇਹਨਾਂ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਕਿ ਉਹ ਅੰਮ੍ਰਿਤਸਰ ਰਾਸਤੇ ਤੋਂ ਤਾਂ ਨਹੀਂ ਚੜੀ। ਹਾਂ ਕੋਈ ਸਵਾਰੀ ਰਾਸਤੇ ਤੋਂ ਤਾਂ ਨਹੀਂ ਚੜੀ। ਕੀ ਗੱਲ ਹੈ? ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੰਤਰੀ ਸਾਹਿਬ ਆ ਗਏ ਸਰੋਜੀ ਕੀ ਹਾਲ ਹੈ ਤੁਹਾਡਾ? ਠੀਕ ਆ ਜੀ। ਸੌਰੀ ਟੂ ਬੋਦਰ ਯੂ ਗਾਇਜ਼, ਥੋੜਾ ਜ਼ਿਆਦਾ ਬੱਸ ਭੱਜ ਰਹੀ ਸੀ, ਮੈਂ ਥੋੜੀ ਚੈਕਿੰਗ ਕਰ ਲਈ। ਕਿੱਥੋਂ ਚੜੇ ਹੋ ਤੁਸੀਂ? ਤੁਸੀਂ ਅੰਮ੍ਰਿਤਸਰ? ਤੁਸੀਂ ਹਾਂਜੀ ਗੁਰਾਹੇ ਤੋਂ ਚੜੇ ਹੋ ਤੁਸੀਂ ਭਾਈ ਸਾਹਿਬ ਗੁਰਾਹਾਂ, ਤੁਸੀਂ ਅੰਮ੍ਰਿਤਸਰ ਮੈਮ? ਅੱਛਾ, ਉਹ ਗੁਰਾਹਾਂ ਤੋਂ ਚੜੇ ਹੋ ਤੁਸੀਂ ਕਿੱਥੋਂ ਚੜੇ ਹੋ ਸਰ ਤੁਸੀਂ? ਥੈਂਕ ਯੂ ਸਰ। ਅੰਮ੍ਰਿਤਸਰ ਤੋਂ ਤੁਸੀਂ? ਅੰਮ੍ਰਿਤਸਰ ਤੋਂ ਉਹ ਗੁਰਾਹਾਂ ਤੋਂ। ਅੰਮ੍ਰਿਤਸਰ ਸਰ ਦਿੱਲੀ। ਤੁਸੀਂ ਕਿੱਥੋਂ ਚੜੇ ਹੋ? ਓਕੇ, ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਅੰਮ੍ਰਿਤਸਰ ਜੀ। ਤੁਸੀਂ ਫਗਵਾੜਾ? ਅੱਛਾ, ਇਹ ਫਗਵਾੜਾ ਤੋਂ ਗਰਾਹਾਂ ਤੋਂ। ਤੁਹਾਡਾ ਨਾਮ ਹੈ ਜੀ? ਰਵੀ। ਤੁਸੀਂ ਅੰਮ੍ਰਿਤਸਰ ਤੋਂ? ਫਲੋਰ ਤੋਂ ਫਗਵਾੜਾ। ਠੀਕ। ਚਲੋ ਹੋਰ ਕੀ ਹਾਲ ਹੈ? ਮੈਨੂੰ ਲੱਗਦਾ ਤੁਹਾਨੂੰ ਤੰਗ ਕਰਤਾ ਥੋੜਾ ਯਾਰ। ਕਿੱਥੇ ਜਾ ਰਹੇ ਹੋ ਸਾਰੇ ਲੋਕ? ਏਅਰਪੋਰਟ ਦਿੱਲੀ ਜਾ ਰਹੇ ਹੋ ਸਾਰੇ? ਚਲ, तो ਤੁਹਾਨੂੰ ਪਤਾ ਦੱਸਣਾ ਕਿ ਕਿਉਂ ਬੱਸ ਰੋਕੀ ਹੈ। ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇਹ ਹੈ ਕਿ ਇਹ ਜਿਹੜੀ ਬੱਸ ਹੈ ਇਹ ਇੰਡੋ ਕੈਨੇਡੀਅਨ ਬਾਦਲ ਵਾਲਿਆਂ ਦੀ ਬੱਸ ਹੈ। ਪਤਾ ਹੈ ਤੁਹਾਨੂੰ? ਤੇ ਕਿੰਨੀ ਟਿਕਟ ਦੇ ਪੈਸੇ ਦਿੱਤੇ ਹੈ? 3000 ਰੁਪਇਆ ਅੰਮ੍ਰਿਤਸਰ ਤੋਂ। 3000 ਰੁਪਇਆ ਅੰਮ੍ਰਿਤਸਰ ਤੋਂ ਟਿਕਟ ਏਅਰਪੋਰਟ ਤੇ ਜਾ ਰਹੇ ਹੋ? ਏਅਰਪੋਰਟ। ਤੁਸੀਂ ਸਰਦਾਰ ਸਾਹਿਬ ਕਿੰਨੇ ਪੈਸੇ ਦਿੱਤੇ? 3000। ਤੁਸੀਂ 3000। ਸੋ ਇਹਨਾਂ ਨੇ 3000 ਰੁਪਇਆ ਦਿੱਤਾ ਹੈ। ਮੈਂ ਬੱਸ ਚਲਾਉਣਾ ਚਾਹੁੰਦਾ, ਮੇਰੇ ਕੋਲ ਇਹਦੇ ਨਾਲ ਦੀਆਂ ਬੱਸਾਂ ਖੜੀਆਂ ਹਾਂਜੀ, ਪਰ ਮੇਰੀ ਬੱਸ ਨੂੰ ਇਜਾਜ਼ਤ ਨਹੀਂ ਦੇ ਰਿਹਾ ਕੇਜਰੀਵਾਲ ਏਅਰਪੋਰਟ ਤੱਕ ਜਾਣ ਦੀ। ਮੈਂ ਰੋਜ਼ਾਨਾ ਚਿੱਠੀ ਵੀ ਲਿਖਦਾ, ਟਵੀਟ ਵੀ ਕਰਦਾ, ਚਿੱਠੀ ਵੀ ਲਿਖੀ ਹੈ। ਸਰਕਾਰ ਦੀ ਬੱਸ ਨੂੰ ਇੱਕ ਵਾਰੀ ਮੈਂ ਭੇਜੀ ਸੀ, ਉਹਨੂੰ ਚਲਾਨ ਕਰਕੇ ਇੰਪਾਊਂਡ ਕਰਤਾ। ਜੇ ਸਰਕਾਰ ਦੀ ਬੱਸ ਚੱਲੂਗੀ ਤਾਂ ਹੋ ਸਕਦਾ ਤੁਹਾਨੂੰ ਅਸੀਂ 1500 1800 ਚ ਉੱਥੇ ਲੈ ਜਾਈਏ, ਪਰ ਮੇਰੀ ਸਰਕਾਰ ਦੀ ਬੱਸ ਨੂੰ ਇਸੇ ਨਾਲ ਦੀ ਸੇਮ ਬੱਸ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਹਨੂੰ ਕੰਟਰੈਕਟ ਕੈਰੇਜ ਕਿਹਾ ਜਾਂਦਾ ਹੈ। ਕੰਟਰੈਕਟ ਕੈਰੇਜ ਇੱਕ ਸਟੇਜ ਕੈਰੇਜ ਹੈ ਜਿਹੜੀਆਂ ਬੱਸਾਂ ਅੱਡੇ ਤੇ ਖੜ ਗਈਆਂ, ਉੱਥੋਂ ਚੱਕ ਲਈ ਸਵਾਰੀ, ਉੱਥੋਂ ਚੱਕ ਲਈ, ਉੱਥੋਂ ਚੱਕ ਲਈ, ਉੱਥੋਂ ਚੱਕ ਲਈ, ਉੱਥੋਂ ਚੱਕ ਲਈ। ਇਹ ਜਿਹੜੀ ਕੰਟਰੈਕਟ ਕੈਰੇਜ ਹੈ, ਟੂਰਿਸਟ ਬੱਸ ਹੈ, ਇਹ ਇੱਕ ਥਾਂ ਤੋਂ ਸਵਾਰੀ ਚੱਕ ਸਕਦੀ ਹੈ ਤੇ ਦੂਜੀ ਥਾਂ ਤੇ ਲਾ ਸਕਦੀ ਹੈ।
ਰਾਹ ਚੋਂ ਖੜ ਤਾਂ ਸਕਦੀ ਹੈ ਬਾਥਰੂਮ ਵਾਸਤੇ, ਪਾਣੀ ਵਾਸਤੇ, ਚਾਹ ਵਾਸਤੇ, ਲੇਕਿਨ ਸਵਾਰੀ ਨਹੀਂ ਰਾਹ ਚੋਂ ਚੱਕ ਸਕਦੀ। ਹੁਣ ਇਹਦੇ ਚ ਸਵਾਰੀਆਂ ਫਗਵਾੜਾ, ਸਵਾਰੀਆਂ ਦਾ ਕੋਈ ਕਸੂਰ ਨਹੀਂਗਾ, ਇਹਦੇ ਚ ਫਗਵਾੜਾ, ਗੁਰਾਹਾਂ, ਅੱਡ ਥਾਵਾਂ ਤੋਂ 4-5 ਲੋਕ ਬੈਠੇ ਨੇ। ਰਾਹ ਚ ਰੁਕੀ ਨਾ, ਬੱਸ ਚ ਪੈਸੇਂਜਰ ਚੜਿਆ ਕਿ ਨਹੀਂ ਚੜਿਆ? ਮੈਂ ਤੁਹਾਨੂੰ ਪੁੱਛਦਾ ਜਨਾਬ, ਯਾਰ ਸੱਚੀ ਗੱਲ ਨੂੰ ਤਾਂ ਕਹੋ ਨਾ। ਹਾਂ, ਚੜਿਆ। ਸੋ ਕਹਿਣ ਦਾ ਭਾਵ ਇਹ ਟੈਕਸ ਦੀ ਚੋਰੀ ਹੁੰਦੀ ਹੈ। ਇਹਦਾ ਟੈਕਸ ਹੋ ਰਿਹਾ ਹੈ, ਸਟੇਜ ਕੈਰੇਜ ਦਾ ਟੈਕਸ ਹੋ ਰਿਹਾ ਹੈ। ਬੱਸਾਂ ਸਵਾਰੀਆਂ ਚੜਾਓ, ਕੋਈ ਗੁਨਾਹ ਨਹੀਂ ਹੈ, ਜਿੱਥੋਂ ਮਰਜ਼ੀ ਚੜਾਓ, ਲੇਕਿਨ ਤੁਸੀਂ ਪਰਮਿਟ ਉਸ ਹਿਸਾਬ ਦਾ ਲਓ। ਨਹੀਂ ਸਮਝੇ? ਉਸ ਹਿਸਾਬ ਦਾ ਪਰਮਿਟ ਲਓ ਜਾਂ ਜੋ ਸਿੱਧੀ ਉੱਥੇ ਜਾਵੇ। ਸੁਣ, ਇਹ ਕਾਨੂੰਨ ਦੀ ਉਲੰਘਣਾ ਹੈ, ਕੋਰਟ ਆਫ ਕੰਟੈਂਪਟ ਹੈ। ਇਵਨ ਦਿੱਲੀ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਅਗਰ ਕੰਟਰੈਕਟ ਕੈਰੇਜ ਤੇ, ਮੇਰੇ ਕੋਲ ਉਹਦਾ ਆਰਡਰ ਵੀ ਹੈ, ਸੁਪਰੀਮ ਕੋਰਟ ਦੀ ਰੋਜ਼ ਗੱਲ ਕਰਦਾ ਹੈ, ਕੋਈ ਕਹਿੰਦਾ ਹਾਈ ਕੋਰਟ ਦੀ ਗੱਲ ਕਰਦੇ ਹੈ। ਇਹਦਾ ਮੇਰੇ ਕੋਲ ਆਰਡਰ ਵੀ ਹੈ ਹਾਈ ਕੋਰਟ ਦਾ, ਹਾਈ ਕੋਰਟ ਦੀ ਜੱਜਮੈਂਟ ਹੈ ਪੂਰੀ। ਸੋ ਦਿੱਲੀ ਹਾਈ ਕੋਰਟ ਦੀ ਕਿ ਤੁਸੀਂ ਇਦਾਂ ਬੱਸ ਨਹੀਂ ਚਲਾ ਸਕਦੇ, ਇਹ ਜੇ ਅਗਰ ਕੋਈ ਚਲਾਏਗਾ ਤਾਂ ਕੋਰਟ ਆਫ ਕੰਟੈਂਪਟ ਹੈ। ਸੋ ਹੁਣ ਤੁਸੀਂ ਆਪ ਹੀ ਦੇਖ ਲਿਆ। ਕੇਜਰੀਵਾਲ ਤਾਂ ਪੰਜਾਬ ਆ ਕੇ ਕਹਿੰਦੇ ਨੇ ਕਿ ਉਹ ਸੋ ਬੱਸਾਂ ਵੀ ਰਾਸਤੇ ਚੋਂ ਜਾ ਰਹੀਆਂ ਹਨ, ਬੱਸ ਸਾਡੀ ਜਾਨ ਵੀ ਨਹੀਂ ਦੇ ਰਹੇ। ਇਹਨੂੰ ਕੇਜਰੀਵਾਲ ਦੀ ਬੱਸ ਕਿਹਾ ਜਾ ਸਕਦੇ। ਕੇਜਰੀਵਾਲ ਸਾਹਿਬ ਕਹਿੰਦੇ ਕਿ ਇਹਨਾਂ ਕੋਲ ਕੰਟਰੈਕਟ ਕੈਰੇਜ ਹੈ। ਸੋ ਕੰਟਰੈਕਟ ਕੈਰੇਜ ਚੱਲ ਰਹੀ ਹੈ, ਸਟੇਜ ਕੈਰੇਜ 1। ਸੋ ਬਾਦਲ ਸਾਹਿਬ ਦੀ ਬੱਸ 3000 ਰੁਪਏ ਲੋਕਾਂ ਦਾ ਖੂਨ ਚੂਸ ਰਹੀ ਹੈ। ਜੇ ਮੇਰੀ ਬੱਸ ਚੱਲੇ ਤਾਂ ਮੈਂ ਲੋਕਾਂ ਨੂੰ 1500 ਰੁਪਏ ਦੇ ਵਿੱਚ ਦਿੱਲੀ 에ਅਰਪੋਰਟ ਤੇ ਅੰਮ੍ਰਿਤਸਰ ਤੋਂ ਲੈ ਕੇ ਜਾ ਸਕਦਾ। ਸਰਕਾਰ ਦੀ ਬੱਸ, ਲੋਕਾਂ ਦੀ ਬੱਸ। ਕੀ ਕਾਰਨ ਹੈ ਕਿ ਬਾਦਲਾਂ ਨਾਲ ਮਿਲੇ ਹੋਏ ਆ ਕੇਜਰੀਵਾਲ? ਤੁਸੀਂ ਆਪ ਦੇਖ ਲਓ ਕਿ ਬਾਦਲਾਂ ਨੂੰ ਇਜਾਜ਼ਤ ਹੈ ਬੱਸ ਚਲਾਉਣ ਦੀ, ਕੱਲੀ ਬਾਦਲਾਂ ਦੀ ਕੰਪਨੀ ਚੱਲਦੀ ਹੈ, ਹੋਰ ਕੋਈ 에ਅਰਪੋਰਟ ਤੇ ਬੱਸ ਨਹੀਂ ਜਾ ਸਕਦਾ। ਸਰ ਕਾਰਨ ਕੀ ਹੈ? ਕਿਆ ਇਸ ਬਾਰੇ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੋਈ? ਤੁਸੀਂ ਵੀ ਮੈਂ ਤਾਂ ਚਿੱਠੀਆਂ ਲਿਖੀਆਂ, ਹੀ ਸੈਡ ਕਿ ਨਹੀਂ, ਉੱਥੇ 에ਅਰਪੋਰਟ ਅਥਾਰਟੀ ਜੋਤੀਰਾਜੇ ਸਿੰਧੀਆ ਮੰਤਰੀ ਨੂੰ ਲਿਖੀ, ਇਜ਼ ਅ ਫਰੈਂਡ ਆਫ ਮਾਈਨ। ਹੀ ਸੈਡ ਕਿ ਯੂ ਆਰ ਮੋਸਟ ਵੈਲਕਮ, ਤੁਸੀਂ ਆ ਸਕਦੇ ਹੋ, ਬਟ ਯੂ ਟੇਕ ਅ ਪਰਮਿਸ਼ਨ ਫਰਮ, ਇਹਨਾਂ ਤੋਂ ਪਰਮਿਸ਼ਨ ਲੈ ਲਓ ਜਿਹੜੇ ਹੈਗੇ ਆ ਦਿੱਲੀ ਗਵਰਨਮੈਂਟ ਕਹਿੰਦੀ ਕਿ ਨਹੀਂ ਤੁਹਾਨੂੰ 에ਅਰਪੋਰਟ ਤੇ ਜਾਣ ਦੀ, ਕਿਉਂਕਿ ਪੋਲਿਊਸ਼ਨ ਦੀ ਗੱਲ ਹੈ, ਕਾਰਨ ਹੈ, ਉੱਥੇ ਟ੍ਰੈਫਿਕ ਹੈ, ਬਲਾ 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 ਬਲਾ। ਸੋ ਕੱਲ ਪਰਸੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਕੋਈ ਇੱਕ ਐਮਐਲਏ ਕਹਿ ਰਿਹਾ ਸੀ ਕਿ ਉਹ ਤਾਂ ਕੰਟਰੈਕਟ ਕੈਰੇਜ ਤੇ ਚੱਲ ਰਹੀ ਹੈ, ਦੈਟਸ ਨਾਟ ਅ ਸਟੇਜ ਕੈਰੇਜ। ਆ ਤੁਹਾਡੇ ਸਾਹਮਣੇ ਐਕਸੈਸ ਸਾਹਿਬ ਕੇਜਰੀਵਾਲ ਪੰਜਾਬ ਆ ਕੇ ਧਰਨਾ ਦਿੰਦੇ ਨੇ, ਤੁਸੀਂ ਕਦੋਂ ਧਰਨਾ ਦੇਣਾ? ਯਾਰ ਮੈਂ ਤਾਂ ਤੁਹਾਨੂੰ ਪ੍ਰਤੱਖ ਦਿਖਾਇਆ ਹੈ ਕਿੰਨੀ ਸਪੀਡ ਤੇ ਗੱਡੀ ਜਾ ਰਹੀ ਸੀ। ਮੈਂ ਸੜਕ ਤੇ ਖੜਾ 2 ਘੰਟੇ ਤੁਸੀਂ ਦੇਖਿਆ, ਹੱਥ ਦਿੱਤਾ, ਇਹ ਬੱਸ ਰੁਕੀ ਨਹੀਂ ਰੁਕੀ ਸੀ, ਇਹ ਕ੍ਰਾਸ ਹੋ ਜਾਂਦੀ ਸ਼ੰਭੂ, ਹਾਂਜੀ ਇਹ ਚਲੀ ਗਈ ਸੀ ਕਿਉਂਕਿ ਮੈਂ ਅਥਾਰਟੀ ਨਹੀਂ ਆਪਣੀ ਜੁਰਿਸਡਿਕਸ਼ਨ ਖਤਮ। ਹਾਂਜੀ, ਕਿੰਨੀ ਸਪੀਡ ਲਾ ਕੇ ਇਸ ਬੱਸ ਨੂੰ ਰਾਸਤੇ 'ਚ ਰੋਕਿਆ। ਹਾਲਾਂਕਿ ਪੈਸੇਂਜਰ ਵਿਚਾਰੇ ਪਰੇਸ਼ਾਨ ਹੈ, ਇਹਨਾਂ ਨੂੰ ਪਰੇਸ਼ਾਨ ਨਹੀਂ ਹੋਣ ਦਿਆਂਗਾ। ਬੱਸ ਮੈਂ ਇੱਥੇ ਇੰਪਾਊਂਡ ਕਰ ਸਕਦਾ ਹੁਣੇ, ਬੱਸ ਨੂੰ ਫੜ ਕੇ ਪੁਲਿਸ ਸਟੇਸ਼ਨ ਜਾਊਗੀ, ਲੇਕਿਨ ਸਵਾਰੀਆਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ। ਕੋਈ ਇਹਦਾ ਬੰਦੋਬਸਤ ਕਰਨਾ ਹੈ, ਤੁਹਾਨੂੰ 에ਅਰਪੋਰਟ ਤੱਕ ਪਹੁੰਚਾਵਾਂਗੇ, ਬੱਸ ਨੂੰ ਆਉਂਦੇ ਇੰਪਾਊਂਡ ਕਰ ਲਾਂਗੇ, 2 ਪੁਲਿਸ ਵਾਲੇ ਵਿੱਚ ਭਾਲਾਂਗੇ। ਨਹੀਂ ਸੋ ਅਸੀਂ ਨਹੀਂ ਚਾਹੁੰਦੇ ਤੁਹਾਨੂੰ ਪਰੇਸ਼ਾਨੀ ਹੋਵੇ। ਮੈਂ ਤਾਂ ਆਪਦੀ ਬੱਸ ਚਲਾਉਣਾ ਚਾਹੁੰਦਾ ਹੈ, ਜਨਤਾ ਨੂੰ ਪਰੇਸ਼ਾਨੀ ਮਤਲਬ ਕਿ ਪਹਿਲਾਂ ਬੱਸ ਚੱਲਦੀ ਸੀਗੀ 에ਅਰਪੋਰਟ ਨੂੰ ਡਾਇਰੈਕਟ, ਉਹ ਬੰਦ ਹੋ ਗਈ ਹੈ। ਵੋਲਵੋ ਚੱਲਦੀ ਸੀ ਅੰਮ੍ਰਿਤਸਰ ਤੋਂ ਵੋਲਵੋ ਚੱਲਦੀ ਹੈ, ਕਈ ਸਾਲ ਕੀਤਾ ਉਹ ਨਹੀਂ ਚੱਲਦੀ। ਕਿੰਨੀ ਦਿੱਕਤ ਆਉਂਦੀ ਹੈ ਲੋਕਾਂ ਨੂੰ? ਦੇ ਵਿੱਚ ਜਾਂਦੇ ਮਿਲਿਆ ਜਿਹੜਾ ਪਹਿਲਾਂ ਧਰਮਿਆ ਜੀ ਨੇ ਲਾਉਣਾ ਸੀ, ਉਹ ਰਾਸਤੇ 'ਚ ਇਹਨਾਂ ਨਾਲ ਮਿਲ ਗਿਆ ਸੀ। ਅਮਰਿੰਦਰ ਸਿੰਘ ਨੇ 5 ਸਾਲ 4 ਸਾਲ ਗਵਰਨਮੈਂਟ ਚਲਾਈ, ਉਹ ਇਹਨਾਂ ਨਾਲ ਮਿਲਿਆ ਹੋਇਆ ਸੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ। ਸਾਨੂੰ 2.5 ਮਹੀਨੇ ਮਿਲਿਆ, ਹੁਣ 2.5 ਮਹੀਨਿਆਂ 'ਚ ਮਾਫੀਆ ਵੀ ਖਤਮ ਕਰਨਾ ਹੈ, ਬੱਸਾਂ ਵੀ ਫੜਨੀਆਂ ਹੈ, ਨਵੀਆਂ ਬੱਸਿਸ ਵੀ ਲੈ ਕੇ ਆਉਣੀਆਂ ਹੈ, ਬੱਸ ਸਟੈਂਡਸ ਵੀ ਬਣਾਉਣੇ ਹੈ, ਚੋਣ ਜਾਬਤਾ ਵੀ ਲੱਗਣ ਵਾਲਾ ਹੈ। ਸੋ ਇਟਸ ਬਹੁਤ ਸਾਰੇ ਕੰਮ ਹੈ ਸਾਡੇ ਜਿਹੜੇ ਅਸੀਂ ਇੱਕੋ ਦਮ ਨਹੀਂ ਕਰ ਸਕਦੇ, ਬਟ ਲੜਾਈ ਲੜਾਂਗੇ, ਜਾਊਂਗਾ ਮੈਂ ਦਿੱਲੀ। ਕਿੰਨੇ ਕਰੋੜ ਦਾ ਘਪਲਾ ਹੈਗਾ ਜੀ ਜਿਹੜਾ ਟੈਕਸ? ਮੈਂ ਤੁਹਾਨੂੰ ਅੱਜ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਪੈਸੇਂਜਰਸ ਨੂੰ, ਇਹ ਜਦੋਂ ਦਾ ਮੈਂ ਆਇਆ ਪਹਿਲਾਂ 50 ਲੱਖ ਰੁਪਏ ਦਾ ਮੁਨਾਫਾ ਹੋਇਆ, ਫਿਰ 1 ਕਰੋੜ 5 ਲੱਖ ਰੁਪਏ ਦਾ ਹੋਇਆ, ਅੱਜ 1 ਕਰੋੜ 28 ਲੱਖ ਰੁਪਏ ਦਾ ਰੋਜ਼ਾਨਾ ਦਾ ਆਪਣਾ ਰੈਵਨਿਊ ਹੈ, ਵੱਧ ਗਿਆ ਪੈਸਾ। 1 ਕਰੋੜ 28 ਲੱਖ ਰੋਜ਼ਾਨਾ ਦਾ। ਅਗਰ 1 ਕਰੋੜ 28 ਲੱਖ ਨਾਲ ਆਰਡੀਨਰੀ 4 ਬੱਸਾਂ ਡੇਲੀ ਮੈਂ ਖਰੀਦ ਸਕਦਾ, ਡੇਲੀ 28-30 ਲੱਖ ਦੀ ਬੱਸ ਆਉਂਦੀ ਹੈ, ਤੇ 50 ਸਾਲਾਂ 'ਚ ਮੈਂ ਅਨੇਕਾਂ ਹਜ਼ਾਰ ਬੱਸ ਖਰੀਦ ਸਕਦਾ, ਯਾਨੀ ਕਿ 7500 ਬੱਸ ਦੇ ਨੇੜੇ ਮੈਂ ਖਰੀਦ ਸਕਦਾ। 7500 ਬੱਸ
ਸਰ ਹੁਣ ਇਹ ਬੱਸ ਦੇ ਤੇ- ਖਿਲਾਫ ਕਾਰਵਾਈ ਕੀਤੀ ਜਾਊਗੀ ਜੀ 100% ਕਾਰਵਾਈ ਬਣਦੀ ਹੈ ਔਰ ਹੁਣੇ ਚਲਾਨ ਕੱਟਿਆ ਜਾਏਗਾ ਇੰਪਾਊਂਡ ਬੱਸ ਕੀਤੀ ਜਾਏਗੀ ਔਰ ਇਹਦੇ ਨਾਲ ਮੈਂ 15 ਜੇ 7000 ਬੱਸ ਪਾਵਾਂਗਾ ਤਾਂ 15000 ਲੋਕਾਂ ਨੂੰ ਰੋਜ਼ਗਾਰ ਦੇ ਸਕਦਾ 18000 ਡਰਾਈਵਰ ਦੀ ਤਨਖਾਹ ਹੈ 18000 ਕਨੈਕਟਰ ਦੀ ਤਨਖਾਹ ਹੈ ਵਰਕਸ਼ਾਪ 'ਚ ਬੰਦੇ ਲਿਆ ਕੇ ਜਾ ਸਕਦੇ ਤੇ ਜੇ 14 ਸਾਲ ਦੀ ਗੱਲ ਕਰੀਏ 10 ਸਾਲ ਬਾਦਲ ਦੀ ਸਰਕਾਰ ਦੇ ਤੇ 4.5 ਸਾਲ ਸਾਡੇ ਵਾਲੀ ਦੇ 28000 ਬੱਸ ਪਾ ਸਕਦਾ ਸੀ ਮੈਂ 48000 ਬੰਦੇ ਨੂੰ ਨੌਕਰੀ ਦੇ ਸਕਦਾ ਸੀ ਸਰ ਤੇ ਸਟਿਲ ਉਸ 28000 ਬੱਸ ਨਾਲ ਰੈਵਨਿਊ ਕਿੰਨਾ ਆਉਂਦਾ ਪੰਜਾਬ 'ਚ ਖਜ਼ਾਨਾ ਕੱਲਾ ਹੀ ਭਰ ਦਿੰਦਾ ਪ੍ਰਿੰਸ ਸਾਹਿਬ ਤੁਹਾਡੀ ਬੱਸ ਕਿੱਥੋਂ ਤੱਕ ਜਾਂਦੀ ਹੈ ਕਿੱਥੋਂ ਮਤਲਬ ਸੋ ਮੇਰੀ ISBT ਕਿੰਨੀਆਂ ਬੱਸਾਂ ਨੇ ਰੋਡਵੇਜ ਕੋਲ ਤੇ ਪੀਆਰਟੀਸੀ ਕੋਲ ਜਿਹੜੀਆਂ ਏਸੀ ਲਗਜ਼ਰੀ ਬੱਸਾਂ ਨੇ ਤੇ ਉਹ ਕਿੱਥੋਂ ਮੁੜ ਆਉਂਦੀਆਂ ਸੋ ISBT ਤੋਂ ਸਾਡੇ ਕੋਲ ਇੱਕ ਕਾਫੀ ਵੱਡੀ ਫਲੀਟ ਹੈਗੀ ਹੈ ਜਿਹੜੀ ਵੋਲਵੋ ਬੱਸਸ ਦੀ ਲੇਕਿਨ ਉਹ ISBT ਤੋਂ ਹੀ ਵਾਪਸ ਆ ਜਾਂਦੀ ਹੈ ਜਿਹੜੇ ਬੰਦੇ ਨੇ ਪੈਸੇਂਜਰ ਨੇ 에어ਪੋਰਟ ਜਾਣਾ ਅਗਲਾ ਕਹਿੰਦਾ ਯਾਰ ਕਿੱਥੇ ਉਤਰਾਂਗੇ ਸਿੱਧਾ 에어ਪੋਰਟ ਦੀ ਸਵਾਰੀ ਲੈਂਦਾ ਅਗਲਾ ਕਿ ਰਾਸਤੇ 'ਚ ਉਤਰਨਾ ਨਹੀਂ ਚਾਹੁੰਦਾ ਰਾਸਤੇ 'ਚ ਉਤਰਨਾ ਖੱਜਲ ਖਰਾਬ ਹੁੰਦਾ ਅਗਲਾ ਕਹਿੰਦਾ ਇਹਨਾਂ ਨੂੰ 1500 3000 ਇਹ ਮੋਨੋਪੋਲੀ ਹੈ ਪੂਰੇ ਇਹਨਾਂ ਦੀ ਬਾਦਲ ਵਾਲਿਆਂ ਦੀ ਔਰ ਦਿੱਲੀ ਸਰਕਾਰ ਉਹਦੇ ਨਾਲ ਖੜੀ ਸਰ ਤੁਸੀਂ ਬੋਲਿਆ ਸੀ ਲੈਟਰ ਲਿਖਤਾ ਸੀ ਲੇਕਿਨ ਦਿੱਲੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਹੈ ਕਿਆ ਇਹ ਗੱਲ ਇਸ ਵਿੱਚ ਲਿਖੀ ਗਈ ਸੀ ਕਿ ਜਦੋਂ ਆਰਬਿਟ ਬੱਸ ਆ ਸਕਦੀ ਤੇ ਸਾਡੀ ਬੱਸ ਯੈਸ ਆਫ ਕੋਰਸ ਇਹਦੇ ਤੇ ਤਾਂ ਚਰਚਾ ਹੋ ਚੁੱਕੀ ਹੈ 10 ਵਾਰੀ ਤਾਂ ਮੈਂ ਬੋਲ ਚੁੱਕਿਆ ਮੈਂ ਕਿ ਮੈਂ ਪ੍ਰੈਸ ਵਾਲੇ ਨੂੰ ਕਿਹਾ ਕੇਜਰੀਵਾਲ ਰੋਜ਼ ਪੰਜਾਬ ਚ ਆਉਣਾ ਯੂ ਕੈਨ ਆਸਕ ਹਿਮ ਵਾਟ ਇਜ਼ ਦ ਰੀਜ਼ਨ ਬਿਹਾਈਂਡ ਦੈਟ ਹੀ ਸ਼ੁਡ ਕਮ ਐਂਡ ਸੇ ਕਿ ਹਾਂ ਭਾਈ ਆਓ ਬੱਸ ਚਲਾਓ ਹੁਣ ਮੈਂ ਜਾਊਂਗਾ ਸਰ ਕਸਟਮਰ ਸ਼ੁਡ ਨਾਟ ਬੀ ਇਨ ਪ੍ਰੋਬਲਮ ਪਲੀਜ਼ no problem at all only I need ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੀ ਜੌਬ ਨੂੰ thank you so much only I need your 15 minutes that's it only 15 minutes ਬੱਸ ਨੂੰ ਇੰਪਾਊਂਡ ਕਰੂੰਗਾ ਲੇਕਿਨ ਇੰਪਾਊਂਡ ਦੇ ਨਾਲ ਇਹ ਲਿਖਾਂਗੇ ਸਬਜੈਕਟ ਟੂ ਦਾ ਕੰਡੀਸ਼ਨ ਕਿ ਪੈਸੇਂਜਰ ਨੂੰ ਉਤਾਰ ਕੇ ਆ ਕੇ ਬੱਸ ਨੂੰ ਥਾਣੇ ਲਾ ਦੇਵਾਂਗੇ ਸੋ ਤੁਹਾਨੂੰ ਪਰੇਸ਼ਾਨੀ ਨਾ ਆਵੇ ਸੋ ਵੀ ਡੋਨਟ ਵਾਂਟ ਟੂ ਬਾਦਰ ਯੂ ਐਟ ਆਲ ਥੈਂਕ ਯੂ ਬਿਕੋਜ਼ ਇਹ ਜ਼ਰੂਰੀ ਹੈ ਜੇ ਕੋਈ ਨਾ ਕਰੂਗਾ ਕੋਈ ਨਹੀਂ ਰੋਕਦਾ ਅੱਜ ਤੱਕ ਇਹਨਾਂ ਬੱਸਾਂ ਨੂੰ ਮਗਰਲੇ 14 ਸਾਲ ਚੋਂ ਕਦੇ ਜ਼ਿੰਦਗੀ 'ਚ ਬਾਦਲ ਦੀ ਬੱਸ ਨੂੰ ਕਦੇ ਪੁਲਿਸ ਵਾਲੇ ਨੇ ਹੱਥ ਨਹੀਂ ਦਿੱਤਾ ਨੈਵਰ ਐਵਰ ਮੈਂ ਲੋਕਾਂ ਨੂੰ ਪੁੱਛਿਆ ਪੁਲਿਸ ਵਾਲੇ ਕਰਮਚਾਰੀਆਂ ਨੂੰ ਪੁੱਛਿਆ ਕਿ ਤੁਸੀਂ ਰਿਟਾਇਰਮੈਂਟ ਦੇ ਨੇੜੇੋਂ ਕਦੇ ਬਾਦਲ ਦੀ ਬੱਸ ਰੋਕੀ ਹੈ ਕਿ ਨਹੀਂ ਕਿਉਂਕਿ ਬਾਦਲ ਦੀ ਬੱਸ ਰੋਕਣੀ ਵੀ ਥੋੜਾ ਆਫੀਸਰ ਲੀਡਰ ਆਪਸ ਵਿੱਚ ਡਰਦੇ ਹੈ ਮਿਲੇ ਹੁੰਦੇ ਹੈ ਇਹ ਬਾਤ ਇਹ ਬਣੇ ਸਾਹਿਬ ਤੁਸੀਂ ਜਲਦ ਤੱਕ ਕੀਤੀ ਹੈ ਜੀ ਇਹ ਚਲੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਐਵਰੀਬਾਡੀ ਥੈਂਕ ਯੂ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਲਾਈਵ ਤੇ ਟਰਾਂਸਪੋਰਟ ਮੰਤਰੀ ਨੇ ਅੱਜ ਜਿਹੜੀ ਸੋ ਯਾਰ ਜਿਹੜੇ ਰਸਤੇ ਚੋਂ ਚੜੇ ਆ ਪਲੀਜ਼ ਉਹ ਇੱਕ ਵਾਰੀ ਆ ਜਾਓ 1000 ਰੁਪਿਆ ਕਿਰਾਇਆ ਤੁਸੀਂ ਦੇਖ ਅਸੀਂ ਤੁਹਾਡੇ ਤੁਸੀਂ ਕਿੱਥੋਂ ਚੜੇ ਹੋ ਕਾਕਾ ਜੀ ਅੰਦਰ ਤੋਂ ਲੈ ਕੇ ਦਿੱਲੀ ਆ ਜਾ ਤੁਹਾਨੂੰ ਡਰਨ ਦੀ ਕੀ ਲੋੜ ਹੈ ਯਾਰ ਕਾਕਾ ਅਸੀਂ ਤਾਂ ਤੁਹਾਡੇ ਜਿੱਥੋਂ ਚੜੇ ਆ ਉਹ ਗੱਲ ਸੱਚੀ ਕਹਦੇ ਤੂੰ ਆਦਾ ਛੱਡ ਕੇ ਆਵਾਂਗੇ ਤੈਨੂੰ ਤੂੰ ਪਰਵਾਹ ਨਾ ਕਰ ਬ੍ਰਦਰ ਜਿਹੜੇ ਰਸਤੇ ਚੋਂ ਚੜੇ ਇੱਕ ਵਾਰੀ ਆ ਜਾਓ ਲਾਈਵ ਨੇ ਬਾਈਟ ਕਰ